ਵਿਆਹ ਦੇ 9 ਕੁ ਮਹੀਨਿਆਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਪਾਪਾ ਬਣ ਗਿਆ ਹਾਂ। ਪਰ ਇਹ ਖਬਰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਵਿਆਹ ਤੋਂ ਬਾਅਦ ਮੈਂ ਤਾਂ ਆਪਣੀ ਪਤਨੀ ਨੂੰ ਹੱਥ ਤੱਕ ਨਹੀਂ ਲਾਇਆ ਸੀ। ਤਾਂ ਫਿਰ ਮੈਂ ਪਾਪਾ ਕਿਵੇਂ ਬਣ ਗਿਆ? ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਖੁਸ਼ ਸੀ। ਵਿਆਹ ਦੀ ਪਹਿਲੀ ਰਾਤ ਸੀਮਾ ਨੂੰ ਦੇਖ ਕੇ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਸੀਮਾ ਦੀ ਤਬੀਅਤ ਖਰਾਬ ਸੀ। ਉਸ ਦੀ ਤਬੀਅਤ ਨੂੰ ਦੇਖ ਕੇ ਮੈਂ ਵੀ ਉਸ ਤੋਂ ਕੋਈ ਉਮੀਦ ਨਹੀਂ ਰੱਖੀ। ਅਸੀਂ ਕੁਝ ਸਮਾਂ ਗੱਲਾਂ ਕੀਤੀਆਂ ਤੇ ਫਿਰ ਦੋਨੋਂ ਸੌਂ ਗਏ। ਸਵੇਰ ਹੁੰਦੇ ਹੀ ਮੈਨੂੰ ਫ਼ੋਨ ਆਇਆ ਕਿ ਐਮਰਜੈਂਸੀ ਹੈ, ਇਸ ਲਈ ਜਲਦੀ ਆਉਣਾ ਹੋਵੇਗਾ। ਮੈਂ ਫੌਜ ਵਿੱਚ ਆਫਿਸਰ ਸੀ। ਮੈਂ ਆਪਣੇ ਕੰਮ ਪ੍ਰਤੀ ਵਫਾਦਾਰ ਸੀ, ਇਸ ਲਈ ਮੈਂ ਇਹ ਨਹੀਂ ਦੇਖਿਆ ਕਿ ਮੈਂ ਆਪਣੀ ਨਵੀਂ ਨਵੇਲੀ ਦੁਲਹਨ ਸੀਮਾ ਨੂੰ ਛੱਡ ਕੇ ਜਾ ਰਿਹਾ ਹਾਂ। ਉਹ ਵੀ ਸਮਝਦਾਰ ਸੀ, ਉਸਨੇ ਵੀ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਉੱਥੇ ਜਾਂਦੇ ਹੀ ਮੈਂ ਆਪਣੀ ਡਿਊਟੀ ਜੁਆਇਨ ਕਰ ਲਈ। ਐਮਰਜੈਂਸੀ ਲੱਗੀ ਹੋਣ ਕਾਰਨ ਮੇਰੀ ਤਾਂ ਘਰ ਗੱਲ ਹੀ ਨਹੀਂ ਹੋਈ। 1-2 ਵਾਰ ਹੋਈ ਵੀ, ਪਰ ਹਾਲ ਚਾਲ ਪੁੱਛਣ ਤੋਂ ਵੱਧ ਹੋਰ ਕੋਈ ਗੱਲ ਨਾ ਹੋਈ, ਕਿਉਂਕਿ ਜ਼ਿਆਦਾ ਸਮਾਂ ਨਹੀਂ ਮਿਲਦਾ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਵਿਆਹ ਨੂੰ 9 ਮਹੀਨੇ ਗੁਜ਼ਰ ਗਏ। 9 ਮਹੀਨੇ ਬਾਅਦ ਮੈਨੂੰ ਪਤਾ ਚੱਲਿਆ ਕਿ ਸੀਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਅਜਿਹਾ ਕਿਵੇਂ ਹੋ ਸਕਦਾ ਹੈ? ਜਿਸ ਨੇ ਇਹ ਖਬਰ ਸੁਣਾਈ ਸੀ ਉਹ ਕੋਈ ਹੋਰ ਨਹੀਂ, ਸਗੋਂ ਮੇਰੀ ਭੈਣ ਨੇਹਾ ਸੀ। ਮੈਂ ਉਸ ਨੂੰ ਕੁਝ ਨਹੀਂ ਕਿਹਾ ਅਤੇ ਛੇਤੀ ਹੀ ਛੁੱਟੀ ਲੈ ਕੇ ਘਰ ਲਈ ਰਵਾਨਾ ਹੋ ਗਿਆ। ਘਰ ਆ ਕੇ ਮੈਂ ਸੀਮਾ ਦੀ ਗੋਦ ਵਿੱਚ ਬੱਚਾ ਦੇਖਿਆ। ਬੱਚਾ ਦੇਖ ਕੇ ਮੇਰਾ ਪਾਰਾ ਹਾਈ ਹੋ ਗਿਆ। ਹਜੇ ਮੈਂ ਸੀਮਾ ਨੂੰ ਕੁਝ ਕਹਿਣ ਤੇ ਪੁੱਛਣ ਹੀ ਵਾਲਾ ਸੀ ਕਿ ਮੇਰੀ ਮਾਂ ਉੱਥੇ ਆ ਗਈ ਤੇ ਮੈਨੂੰ ਸੱਦ ਕੇ ਆਪਣੇ ਕੋਲ ਲੈ ਆਈ। ਮੈਂ ਆਪਣੇ ਤੇ ਸੀਮਾ ਬਾਰੇ ਕਿਸੇ ਨੂੰ ਕੁਝ ਵੀ ਦੱਸ ਕੇ ਸੀਮਾ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਮਾਂ ਨੂੰ ਕੁਝ ਨਹੀਂ ਕਿਹਾ। ਪਰ ਮੇਰੇ ਬਿਨਾਂ ਕੁਝ ਕਹੇ ਹੀ ਮਾਂ ਮੈਨੂੰ ਕਹਿਣ ਲੱਗੀ, ਬੇਟਾ ਮੈਨੂੰ ਪਤਾ ਹੈ ਇਹ ਬੱਚਾ ਤੇਰਾ ਤੇ ਸੀਮਾ ਦਾ ਨਹੀਂ ਹੈ। ਆਪਣੀ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਮਾਂ ਨੇ ਕਿਹਾ, ਘਬਰਾ ਨਾ, ਮੈਂ ਤੈਨੂੰ ਸਭ ਦੱਸਦੀ ਹਾਂ। ਬਸ ਤੇਰੀ ਭੈਣ ਤੇ ਜੀਜਾ ਜੀ ਆਉਣ ਵਾਲੇ ਹੀ ਹਨ, ਤਾਂ ਤੂੰ ਇਹਨਾਂ ਨੂੰ ਇਹ ਜ਼ਾਹਿਰ ਨਾ ਹੋਣ ਦੇਵੀਂ ਕਿ ਇਹ ਬੱਚਾ ਤੇਰਾ ਨਹੀਂ ਹੈ। ਸਗੋਂ ਉਹਨਾਂ ਸਾਹਮਣੇ ਬੱਚੇ ਨੂੰ ਲਾਡ ਦੁਲਾਰ ਕਰੀ, ਕਿਉਂਕਿ ਇਹ ਬੱਚਾ ਤੇਰੀ ਭੈਣ ਤੇ ਜੀਜਾ ਗੋਦ ਲੈਣਾ ਚਾਹੁੰਦੇ ਹਨ। ਤੇਰੇ ਜੀਜੇ ਨੂੰ ਇਹ ਲੱਗਦਾ ਹੈ ਕਿ ਇਹ ਬੱਚਾ ਤੇਰਾ ਤੇ ਸੀਮਾ ਦਾ ਹੈ। ਉਸ ਨੂੰ ਇਹ ਸ਼ੱਕ ਨਾ ਹੋਵੇ ਕਿ ਇਹ ਬੱਚਾ ਤੁਹਾਡਾ ਨਹੀਂ ਹੈ, ਨਹੀਂ ਤਾਂ ਤੇਰੀ ਭੈਣ ਤੇ ਕਿਆਮਤ ਆ ਜਾਵੇਗੀ ਤੇ ਇੰਨੇ ਦਿਨਾਂ ਦੀ ਮਿਹਨਤ ਦੇ ਨਾਲ ਨਾਲ ਤੇਰੀ ਭੈਣ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਵੇਗੀ। ਹਜੇ ਮਾਂ ਮੇਰੇ ਨਾਲ ਇਹ ਸਭ ਗੱਲਾਂ ਕਰ ਹੀ ਰਹੀ ਸੀ ਕਿ ਮੇਰੀ ਭੈਣ ਤੇ ਜੀਜਾ ਜੀ ਆ ਗਏ। ਉਹਨਾਂ ਦੇ ਆਉਂਦੇ ਹੀ ਮਾਂ ਨੇ ਮੈਨੂੰ ਇਸ਼ਾਰਾ ਕੀਤਾ। ਮੈਂ ਸੀਮਾ ਕੋਲ ਕਮਰੇ ਵਿੱਚ ਗਿਆ ਤੇ ਉਸ ਬੱਚੇ ਨੂੰ ਉਠਾ ਲਿਆ। ਫਿਰ ਜੀਜਾ ਜੀ ਨੇ ਉਹ ਬੱਚਾ ਗੋਦ ਵਿੱਚ ਲੈ ਲਿਆ ਤੇ ਕਹਿਣ ਲੱਗੇ, ਜੋ ਤੁਸੀਂ ਦੋਨਾਂ ਨੇ ਸਾਡੇ ਲਈ ਕੀਤਾ ਹੈ ਉਹ ਅਹਿਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਉਹ ਦੋਨੋਂ ਕੁਝ ਸਮਾਂ ਉੱਥੇ ਰੁਕੇ ਤੇ ਫਿਰ ਬੱਚਾ ਲੈ ਕੇ ਆਪਣੇ ਘਰ ਚਲੇ ਗਏ। ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਘੁੰਮ ਰਹੇ ਸਨ। ਉਹਨਾਂ ਦੇ ਜਾਂਦੇ ਹੀ ਮਾਂ ਨੇ ਮੈਨੂੰ ਦੱਸਿਆ ਕਿ ਇਹ ਬੱਚਾ ਤੇਰਾ ਨਹੀਂ ਹੈ, ਪਰ ਤੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਸੀ। ਤੈਨੂੰ ਪਤਾ ਹੈ ਕਿ ਤੇਰੀ ਭੈਣ ਦੇ ਵਿਆਹ ਨੂੰ ਸਾਲ ਹੋ ਗਏ ਸਨ, ਪਰ ਉਸ 'ਤੇ ਬੱਚਾ ਨਹੀਂ ਹੋ ਰਿਹਾ ਸੀ। ਇਸ ਕਰਕੇ ਨੇਹਾ ਦੀ ਸੱਸ ਤੇਰੇ ਜੀਜੇ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਸੀ, ਪਰ ਮੇਰੇ ਜਿਉਂਦੇ ਜੀ ਮੈਂ ਆਪਣੀ ਧੀ ਦਾ ਘਰ ਉਜੜਦਾ ਨਹੀਂ ਦੇਖ ਸਕਦੀ ਸੀ। ਮੈਂ ਤੇ ਨੇਹਾ ਨੇ ਤੇਰੇ ਜੀਜੇ ਨੂੰ ਬੱਚਾ ਗੋਦ ਲੈਣ ਦੀ ਗੱਲ ਕਹੀ ਤਾਂ ਉਸਦੀ ਮਾਂ ਨੇ ਕਿਹਾ ਕਿ ਅਸੀਂ ਬੱਚਾ ਗੋਦ ਤਾਂ ਲੈ ਸਕਦੇ ਹਾਂ, ਪਰ ਇਹ ਬੱਚਾ ਆਪਣੇ ਖਾਨਦਾਨ ਜਾਂ ਰਿਸ਼ਤੇਦਾਰੀ ਦਾ ਹੋਵੇ। ਅਸੀਂ ਕਿਸੇ ਹੋਰ ਦਾ ਬੱਚਾ ਗੋਦ ਨਹੀਂ ਲੈਣਾ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਨਾ ਚਾਹੁੰਦੇ ਹੋਏ ਵੀ ਤੇਰੀ ਇਜਾਜ਼ਤ ਤੋਂ ਬਿਨਾਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਬੇਟੇ ਦਾ ਬੱਚਾ ਤੈਨੂੰ ਦੇ ਦੇਵਾਂਗੀ, ਪਰ ਬੱਚਾ ਨਾ ਹੋਣਾ ਜਾਂ ਹੋਣਾ ਰੱਬ ਦੇ ਹੱਥ ਵਿੱਚ ਹੁੰਦਾ ਹੈ। ਮੈਨੂੰ ਪਤਾ ਸੀ ਕਿ ਸੀਮਾ ਪ੍ਰੈਗਨੈਂਟ ਨਹੀਂ ਹੈ ਤੇ ਦੂਜੇ ਪਾਸੇ ਆਪਣੀ ਧੀ ਦਾ ਘਰ ਟੁੱਟਣ ਤੋਂ ਬਚਾਉਣਾ ਸੀ, ਕਿਉਂਕਿ ਉਸਦੀ ਸੱਸ ਨੇ ਇੱਕ ਹੀ ਗੱਲ ਫੜੀ ਹੋਈ ਸੀ ਕਿ ਅਗਲੇ ਸਾਲ ਤੱਕ ਬੱਚਾ ਨਾ ਹੋਇਆ ਤਾਂ ਮੈਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਵਾ ਦੇਣਾ ਹੈ। ਇਸ ਲਈ ਸੀਮਾ ਤੋਂ ਇਜਾਜ਼ਤ ਲੈ ਕੇ ਮੈਂ ਤੇ ਨੇਹਾ ਨੇ ਉਸਦੇ ਸਸੁਰਾਲ ਵਾਲਿਆਂ ਨੂੰ ਕਹਿ ਦਿੱਤਾ ਕਿ ਸੀਮਾ ਪ੍ਰੈਗਨੈਂਟ ਹੈ। ਫਿਰ ਅਸੀਂ ਅਨਾਥ ਆਸ਼ਰਮ ਬੱਚਾ ਲੈਣ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ। 9 ਮਹੀਨੇ ਪੂਰੇ ਹੁੰਦੇ ਸਾਰਾ ਪ੍ਰੋਸੈਸ ਪੂਰਾ ਹੋ ਗਿਆ ਤੇ ਅਸੀਂ ਬੱਚਾ ਘਰ ਲੈ ਆਂਦਾ ਤੇ ਨੇਹਾ ਦੇ ਸਸੁਰਾਲ ਵਾਲਿਆਂ ਨੂੰ ਵੀ ਦੱਸ ਦਿੱਤਾ ਕਿ ਸੀਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ ਤੇ ਤੁਸੀਂ ਆ ਕੇ ਬੱਚਾ ਲਿਜਾ ਸਕਦੇ ਹੋ। ਫਿਰ ਤੇਰੇ ਜੀਜੇ ਨੇ ਕਿਹਾ ਕਿ ਇੱਕ ਵਾਰ ਤੈਨੂੰ ਵੀ ਦੱਸ ਦੇਣਾ ਚਾਹੀਦਾ ਹੈ, ਇਸ ਲਈ ਤੈਨੂੰ ਨੇਹਾ ਨੇ ਉਸ ਦਿਨ ਫ਼ੋਨ ਕੀਤਾ ਸੀ ਤੇ ਖੁਸ਼ਖਬਰੀ ਸੁਣਾਈ ਸੀ। ਜਦੋਂ ਨੇਹਾ ਨੇ ਫ਼ੋਨ ਕੀਤਾ ਤਾਂ ਤੇਰਾ ਜੀਜਾ ਵੀ ਕੋਲ ਹੀ ਸੀ, ਇਸ ਲਈ ਉਹ ਤੈਨੂੰ ਕੁਝ ਨਹੀਂ ਦੱਸ ਸਕੀ। ਤੇਰੇ ਨਾਲ ਕਦੇ ਇੰਨੀ ਗੱਲ ਹੀ ਨਹੀਂ ਹੋਈ ਕਿ ਤੈਨੂੰ ਸਭ ਕੁਝ ਦੱਸ ਦਈਏ। ਬੇਟਾ, ਅੱਜ ਮੈਨੂੰ ਵਚਨ ਦੇ ਕਿ ਆਪਣੀ ਭੈਣ ਦਾ ਘਰ ਬਚਾਉਣ ਲਈ ਤੂੰ ਇਸ ਗੱਲ ਨੂੰ ਰਾਜ਼ ਹੀ ਰੱਖੇਂਗਾ। ਆਪਣੀ ਮਾਂ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋਈ। ਮੈਂ ਮਾਂ ਨੂੰ ਕਿਹਾ ਕਿ ਮਾਂ ਇਹ ਕੀ ਕਹਿ ਰਹੀ ਹੈ? ਭਲਾ ਮੈਂ ਕਿਉਂ ਆਪਣੀ ਭੈਣ ਦਾ ਘਰ ਬਰਬਾਦ ਕਰਾਂਗਾ? ਇਹ ਗੱਲ ਹਮੇਸ਼ਾ ਰਾਜ਼ ਹੀ ਰਹੇਗੀ, ਮੈਂ ਕਿਸੇ ਨੂੰ ਨਹੀਂ ਦੱਸਾਂਗਾ। ਮਾਂ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਸੀਮਾ ਦੇ ਕਮਰੇ ਵਿੱਚ ਗਿਆ। ਸੀਮਾ ਬੈਠੀ ਹੋਈ ਸੀ। ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਭਰ ਰਹੀਆਂ। ਮੈਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਸੀਮਾ ਤੋਂ ਕੰਨ ਫੜ ਕੇ ਮਾफ़ੀ ਮੰਗਦੇ ਹੋਏ ਕਿਹਾ,
ਸੀਮਾ ਮੈਨੂੰ ਮਾफ़ ਕਰ ਦੇ ਤੇ ਹੋਰ ਕਿੰਨੀਆਂ ਕੁਰਬਾਨੀਆਂ ਦੇਵੇਂਗੀ ਤੂੰ। ਮੇਰੇ ਤੇ ਮੇਰੇ ਪਰਿਵਾਰ ਲਈ ਕੀ ਕੀਤਾ ਹੈ ਉਹ ਸ਼ਾਇਦ ਹੀ ਕੋਈ ਹੋਰ ਕਰ ਸਕਦਾ। ਵਿਆਹ ਦੇ ਦੂਜੇ ਦਿਨ ਹੀ ਮੈਂ ਤੈਨੂੰ ਛੱਡ ਕੇ ਡਿਊਟੀ 'ਤੇ ਚਲਾ ਗਿਆ, ਪਰ ਤੂੰ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ, ਸਗੋਂ ਬਿਨਾਂ ਕਿਸੇ ਸਵਾਰਥ ਦੇ ਖੁਸ਼ੀ-ਖੁਸ਼ੀ ਮੇਰੇ ਪਰਿਵਾਰ ਨਾਲ ਵਧੀਆ ਰਹੀ। ਮੇਰੀ ਭੈਣ ਦਾ ਘਰ ਬਚਾਉਣ ਲਈ ਮੇਰੀ ਮਾਂ ਦਾ ਪੂਰਾ ਸਾਥ ਦਿੱਤਾ। ਤੇਰੇ ਵਰਗੀ ਪਤਨੀ ਕਿਸਮਤ ਨਾਲ ਹੀ ਮਿਲਦੀ ਹੈ। ਨੇਹਾ ਨੇ ਮੈਨੂੰ ਚੁੱਪ ਕਰਾਉਂਦੇ ਹੋਏ ਕਿਹਾ ਕਿ ਇਹ ਤੁਹਾਡਾ ਇਕੱਲਿਆਂ ਦਾ ਪਰਿਵਾਰ ਨਹੀਂ ਹੈ, ਮੇਰਾ ਵੀ ਹੈ। ਫਿਰ ਉਸਨੇ ਮੈਨੂੰ ਗਲੇ ਲਗਾ ਲਿਆ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।